ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰੀਏ, ਲੇਕਿਨ ਉਸ ਤੋਂ ਪਹਿਲਾਂ ਦੱਸ ਦਈਏ ਕਿ ਤੁਹਾਡੇ ਨਾਲ ਅੱਜ ਮੈਂ ਹਾਂ ਰੂਹੀ ਗਰੋਵਰ ਤੇ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਅੱਜ ਦਿਨ ਹੈ ਸੋਮਵਾਰ 16 ਮਈ 2022 ਤੇ ਦੇਸੀ ਮਹੀਨੇ ਦੀ ਗੱਲ ਕਰੀਏ ਤੇ ਦੇਸੀ ਜੇਠ ਮਹੀਨੇ ਦੀ ਮਿਤੀ ਹੈ 3 ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਵਾਂਗ ਆਪਣੇ ਦਰਸ਼ਕਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਤੇ ਪ੍ਰੋਗਰਾਮ ਵਿੱਚ ਜੇ ਸਿਹਤ ਦੀ ਗੱਲ ਹੋਈ ਹੈ ਤੇ ਸਭ ਤੋਂ ਪਹਿਲਾ ਜਿਹੜਾ ਸੈਗਮੈਂਟ ਹੈ ਸਾਡਾ ਸਿਹਤ ਦਾ ਤੇ ਦੇਖਦੇ ਹਾਂ ਕਿ ਅੱਜ ਸਿਹਤ ਸੰਬੰਧੀ ਕੀ ਹੈ ਖਾਸ। ਤੇ ਆਓ ਹੁਣ ਅਸੀਂ ਗੱਲ ਕਰੀਏ ਸਿਹਤ ਸੰਬੰਧੀ ਕੁਝ ਜਾਣਕਾਰੀਆਂ ਬਾਰੇ। ਸਾਡੇ ਚ ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਤੇ ਕੌਫੀ ਨਾਲ ਹੁੰਦੀ ਹੈ ਤੇ ਬਹੁਤ ਸਾਰੇ ਲੋਕਾਂ ਦੀ ਬਲੈਕ ਕੌਫੀ ਨਾਲ। ਸਭ ਦਾ ਆਪਣਾ ਆਪਣਾ ਸਵਾਦ ਹੈ, ਪਰ ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ, ਉਹ ਹੈ ਸਿਹਤ। ਜੇਕਰ ਸਿਹਤ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਬਲੈਕ ਕੌਫੀ ਦਾ ਇੱਕ ਘੁੱਟ ਸਾਨੂੰ ਤਰੋਤਾਜ਼ਾ ਤਾਂ ਕਰ ਹੀ ਦਿੰਦਾ ਹੈ, ਨਾਲ ਹੀ ਬਲੈਕ ਕੌਫੀ ਵਿੱਚ ਕੈਫੀਨ ਤੋਂ ਇਲਾਵਾ ਕਈ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ ਜੋ ਕਈ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੇ ਹਨ। ਕੌਫੀ ਤੁਹਾਡੇ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ ਤੇ ਤੁਹਾਨੂੰ ਊਰਜਾ ਵੀ ਦਿੰਦੀ ਹੈ। ਹੈਲਥਲਾਈਨ ਦੇ ਅਨੁਸਾਰ ਬਲੈਕ ਕੌਫੀ ਵਿੱਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਮੈਗਨੀਸ਼ੀਅਮ, ਵਿਟਾਮਿਨ B3, ਮੈਗਨੀਜ਼, ਪੋਟਾਸ਼ੀਅਮ, ਵਿਟਾਮਿਨ B5, ਵਿਟਾਮਿਨ B2 ਹੁੰਦਾ ਹੈ ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਆਓ ਹੁਣ ਜਾਣਦੇ ਹਾਂ ਇਸ ਨੂੰ ਸਹੀ ਢੰਗ ਨਾਲ ਬਣਾਉਣ ਦਾ ਤਰੀਕਾ ਤੇ ਇਸ ਦੇ ਫਾਇਦੇ। ਬਲੈਕ ਕੌਫੀ ਕਿਵੇਂ ਬਣਾਈਏ? ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਆਸਾਨ ਹੁੰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਪਾਣੀ ਨੂੰ ਉਬਾਲੋ ਤੇ ਇਸ ਵਿੱਚ 1 ਚਮਚਾ ਬਲੈਕ ਕੌਫੀ ਮਿਲਾਓ। ਹੁਣ ਇਸ ਨੂੰ ਕੱਪ ਵਿੱਚ ਪਾ ਕੇ ਪੀਓ। ਬਲੈਕ ਕੌਫੀ ਨੂੰ ਖਾਲੀ ਢਿੱਡ ਨਹੀਂ ਪੀਣਾ ਚਾਹੀਦਾ। ਤੁਸੀਂ ਇਸ ਨੂੰ ਨਾਸ਼ਤਾ ਕਰਨ ਤੋਂ ਬਾਅਦ ਪੀ ਸਕਦੇ ਹੋ। ਇਹ ਸ਼ੂਗਰ ਨੂੰ ਕੰਟਰੋਲ ਕਰਦੀ ਹੈ। ਬਲੈਕ ਕੌਫੀ ਸ਼ੂਗਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਵੀ ਕਰਦੀ ਹੈ। ਬਲੈਕ ਕੌਫੀ ਸਰੀਰ ਵਿੱਚ ਇਨਸੂਲਿਨ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ। ਤਣਾਅ ਨੂੰ ਵੀ ਦੂਰ ਕਰਦੀ ਹੈ ਬਲੈਕ ਕੌਫੀ। ਬਲੈਕ ਕੌਫੀ ਦਾ ਸੇਵਨ ਡਿਪਰੈਸ਼ਨ, ਚਿੰਤਾ, ਤਣਾਅ, ਬਹੁਤ ਜ਼ਿਆਦਾ ਨੀਂਦ ਅਤੇ ਸੁਸਤੀ ਆਦਿ ਨੂੰ ਘੱਟ ਕਰਦਾ ਹੈ ਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ। ਬਲੈਕ ਕੌਫੀ ਵਿੱਚ ਕੈਫੀਨ ਪਾਈ ਜਾਂਦੀ ਹੈ ਜੋ ਦਿਮਾਗ ਤੇ ਦਿਮਾਗੀ ਪ੍ਰਣਾਲੀ ਦੋਵਾਂ ਨੂੰ ਤਾਜ਼ਾ ਕਰ ਸਕਦੀ ਹੈ। ਬਲੈਕ ਕੌਫੀ ਵਿੱਚ ਪਾਈ ਜਾਣ ਵਾਲੀ ਕੈਫੀਨ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ, ਜਿਸ ਨੂੰ ਖਾਣ ਨਾਲ ਊਰਜਾ ਪੈਦਾ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਹੋ ਸਕਦਾ ਹੈ। ਇਹ ਸਰੀਰ ਵਿੱਚ ਗਰਮੀ ਪੈਦਾ ਕਰਕੇ ਵਾਧੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਬਲੈਕ ਕੌਫੀ ਸਾਨੂੰ ਐਕਟਿਵ ਰੱਖਦੀ ਹੈ। ਜੇਕਰ ਤੁਸੀਂ ਜਿਮ ਜਾਂ ਕਸਰਤ ਤੋਂ ਬਾਅਦ ਬਲੈਕ ਕੌਫੀ ਦਾ ਸੇਵਨ ਕਰਦੇ ਹੋ ਤਾਂ ਸਟੈਮਿਨਾ ਵਧਾਉਣ ਲਈ ਬਲੈਕ ਕੌਫੀ ਬਹੁਤ। ਤੇ ਦਰਸ਼ਕੋ, ਇਹ ਤਾਂ ਸੀ ਸਿਹਤ ਸੰਬੰਧੀ ਜਾਣਕਾਰੀ ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਤੇ ਤੁਹਾਨੂੰ ਇੱਕ ਵੀਡੀਓ ਅਸੀਂ ਦਿਖਾਵਾਂਗੇ ਕਿ ਜੋ ਨੌਜਵਾਨਾਂ ਨੂੰ ਧੱਕੇ ਨਾਲ ਜੋ ਨੌਜਵਾਨਾਂ ਤੇ ਕੇਸ ਕਰਵਾਏ ਜਾ ਰਹੇ ਨੇ ਉਸ ਤੇ ਮਨਜਿੰਦਰ ਸਿੰਘ ਸਿਰਸਾ ਬੋਲੇ ਨੇ ਤੇ ਵੇਖਦੇ ਹਾਂ ਕਿ ਉਹਨਾਂ ਨੇ ਕੀ ਕਿਹਾ ਹੈ। मेंटल टॉर्चर उनके ऊपर है, कितना शारीरिक उनको ताशना दी जा रही है ताकि वो मुल्क छोड़कर जाएं। मेरे आग्रह है सारी इंटरनेशनल कम्युनिटी से भी, कृपया हमारे इन सिखों का वहां पर साथ दें, इनको बचाने में हमारा सहयोग करें। पाकिस्तान के पेशावर में जो आज 2 नौजवान सिखों का कत्लेआम हुआ, ये एक टारगेट किलिंग है। सुरजीत सिंह, कुलजीत सिंह को आइडेंटिफाई करके टारगेट करके मारा गया, क्योंकि ये कोशिश बार बार की जा रही है। 8 महीने पहले भी इसी तरह सतनाम सिंह को मारा गया था ताकि सिखों को यहां से डराकर धमकाकर भगाया जाए। मैंने अभी वहां लोकल लोगों से बात की, उन्होंने बताया कि निरंतर हमारे के ऊपर प्रेशर बनाया जा रहा है कि हम ये इलाका छोड़कर जाएं, पर हम कहां जाएं? हमारे पास क्या है? हम गरीब लोग हैं। और बाजार में वो लोग आए, उन्होंने आके आइडेंटिफाई पहले सिख किया कि सिख कहां बैठा है और उसको जाके गोली मारी। किसी और पर उन्होंने कोई फायरिंग नहीं की, लेकिन सरकार भी उनको बचाना नहीं चाहती। लोकल लोगों का मानना है कि सरकार इनके साथ मिली हुई है। मैं विदेश मंत्रालय से आग्रह करता हूं, तुरंत हमें वहां की सरकार के ऊपर दबाव बनाना चाहिए। हमने हर कोशिश करके देख ली है, हम एम्बेसडर से मिल लिए, सड़कों पे प्रोटेस्ट हमने कर लिए, लेकिन पाकिस्तान के बंद काम कोई खोलने को तैयार नहीं है। वो ये सुनना ही नहीं चाहते, वो सिखों को वहां पे खत्म करना चाहते हैं। इसलिए मेरी आग्रह है, हमें पूरी दुनिया भर के लोगों को मिलकर एक प्रेशर बनाना होगा, वरना सिख जो है पाकिस्तान से कुछ समय के अंदर अंदर खत्म हो जाएंगे। 10 लाख सिख थे और आज 15-16 हजार सिख बचे हैं और पेशावर में कोई 4,000 सिख बचे हैं। आप कल्पना करके देख लियो कितना मेंटल टॉर्चर उनके ऊपर है, कितना शारीरिक उनको ताशना दी जा रही है ताकि वो मुल्क छोड़कर जाएं। मेरे आग्रह है सारी इंटरनेशनल कम्युनिटी से भी, कृपया हमारे इन सिखों का वहां पर साथ दें, इनको बचाने में हमारा सहयोग करें। पाकिस्तान के पेशावर में जो आज 2 नौजवान सिखों का कत्लेआम हुआ, ये एक टारगेट किलिंग है। सुरजीत सिंह, कुलजीत सिंह को आइडेंटिफाई करके टारगेट करके मारा गया, क्योंकि ये कोशिश बार बार की जा रही है। 8 महीने पहले भी इसी तरह सतनाम सिंह को मारा गया था ताकि सिखों को यहां से डराकर धमकाकर भगाया जाए। मैंने अभी वहां लोकल लोगों से बात की, उन्होंने बताया कि निरंतर हमारे के ऊपर प्रेशर बनाया जा रहा है कि हम ये इलाका छोड़कर जाएं, पर हम कहां जाएं? हमारे पास क्या है? हम गरीब लोग हैं
और बाजार में वो लोग आए, उन्होंने आके आइडेंटिफाई पहले सिख किया कि सिख कहां बैठा है और उसको जाके गोली मारी। किसी और पर उन्होंने कोई फायरिंग नहीं की, लेकिन सरकार भी उनको बचाना नहीं चाहती। लोगों का मानना है कि सरकार इनके साथ मिली हुई है। मैं विदेश मंत्रालय से आग्रह करता हूं, तुरंत हमें वहां की सरकार के ऊपर दबाव बनाना चाहिए। हमने हर कोशिश करके देख लिया, हम एम्बेसडर से मिल लिए, सड़कों पे प्रोटेस्ट हमने कर लिए, लेकिन पाकिस्तान के बंद काम कोई खोलने को तैयार नहीं है। वो ये सुनना ही नहीं चाहते, वो सिखों को वहां पे खत्म करना चाहते हैं। इसलिए मेरी आग्रह है, हमें पूरी दुनिया भर के लोगों को मिलकर एक प्रेशर बनाना होगा, वरना सिख जो है पाकिस्तान से कुछ समय के अंदर अंदर खत्म हो जाएंगे। 10 लाख सिख थे और आज 15-16 हजार सिख बचे हैं और पेशावर में कोई 4,000 सिख बचे हैं। आप कल्पना करके देख लियो कितना मेंटल टॉर्चर उनके ऊपर है, कितना शारीरिक उनको ताशना दी जा रही है ताकि वो मुल्क छोड़कर जाएं। मेरे आग्रह है सारी इंटरनेशनल कम्युनिटी से भी, कृपया हमारे इन सिखों का वहां पर साथ दें, इनको बचाने में हमारा सहयोग करें। पाकिस्तान के पेशावर में जो आज 2 नौजवान सिखों का कत्लेआम हुआ, ये एक टारगेट किलिंग है। सुरजीत सिंह, कुलजीत सिंह को आइडेंटिफाई करके टारगेट करके मारा गया, क्योंकि ये कोशिश बार बार की जा रही है। 8 महीने पहले भी इसी तरह सतनाम सिंह को मारा गया था, ताकि सिखों को यहां से डराकर धमकाकर भगाया जाए। मैंने अभी वहां लोगों से बात की, उन्होंने बताया कि निरंतर हमारे के ऊपर प्रेशर बनाया जा रहा है कि हम ये इलाका छोड़कर जाएं, पर हम कहां जाएं? हमारे पास क्या है? हम गरीब लोग हैं और बाजार में वो लोग आए, उन्होंने आके आइडेंटिफाई पहले सिख किया कि सिख कहां बैठा है और उसको जाके गोली मारी। किसी और पर उन्होंने कोई फायरिंग नहीं की, लेकिन सरकार भी उनको बचाना नहीं चाहती। लोगों का मानना है कि सरकार इनके साथ मिली हुई है। मैं विदेश मंत्रालय से आग्रह करता हूं, तुरंत हमें वहां की सरकार के ऊपर दबाव बनाना चाहिए। हमने हर कोशिश करके देख लिया, हम एम्बेसडर से मिल लिए, सड़कों पे प्रोटेस्ट हमने कर लिए, लेकिन पाकिस्तान के बंद काम कोई खोलने को तैयार नहीं है। वो ये सुनना ही नहीं चाहते, वो सिखों को वहां पे खत्म करना चाहते हैं। इसलिए मेरी आग्रह है, हमें पूरी दुनिया भर के लोगों को मिलकर एक प्रेशर बनाना होगा, वरना सिख जो है पाकिस्तान से कुछ समय के अंदर अंदर खत्म हो जाएंगे। 10 लाख सिख थे और आज 15-16 हजार सिख बचे हैं और पेशावर में कोई 4,000 सिख बचे हैं। आप कल्पना करके देख लियो कितना मेंटल टॉर्चर उनके ऊपर है, कितना शारीरिक उनको ताशना दी जा रही है ताकि वो मुल्क छोड़कर जाएं। मेरे आग्रह है सारी इंटरनेशनल कम्युनिटी से भी, कृपया हमारे इन सिखों का वहां पर साथ दें, इनको बचाने में हमारा सहयोग करें। पाकिस्तान के पेशावर में जो आज 2 नौजवान सिखों का कत्लेआम हुआ, ये एक टारगेट किलिंग है। सुरजीत सिंह, कुलजीत सिंह को आइडेंटिफाई करके टारगेट करके मारा गया, क्योंकि ये कोशिश बार बार की जा रही है। 8 महीने पहले भी इसी तरह सतनाम सिंह को मारा गया था, ताकि सिखों को यहां से डराकर धमकाकर भगाया जाए। मैंने अभी वहां लोगों से बात की, उन्होंने बताया कि निरंतर हमारे के ऊपर प्रेशर बनाया जा रहा है कि हम ये इलाका छोड़कर जाएं, पर हम कहां जाएं? हमारे पास क्या है? हम गरीब लोग हैं और बाजार में वो लोग आए, उन्होंने आके आइडेंटिफाई पहले सिख किया कि सिख कहां बैठा है और उसको जाके गोली मारी। किसी और पर उन्होंने कोई फायरिंग नहीं की, लेकिन सरकार भी उनको बचाना नहीं चाहती। लोगों का मानना है कि सरकार इनके साथ मिली हुई है। मैं विदेश मंत्रालय से आग्रह करता हूं, तुरंत हमें वहां की सरकार के ऊपर दबाव बनाना चाहिए। हमने हर कोशिश करके देख लिया, हम एम्बेसडर से मिल लिए, सड़कों पे प्रोटेस्ट हमने कर लिए, लेकिन पाकिस्तान के बंद काम कोई खोलने को तैयार नहीं है। वो ये सुनना ही नहीं चाहते, वो सिखों को वहां पे खत्म करना चाहते हैं। इसलिए मेरी आग्रह है, हमें पूरी दुनिया भर के लोगों को मिलकर एक प्रेशर बनाना होगा, वरना सिख जो है पाकिस्तान से कुछ समय के अंदर अंदर खत्म हो जाएंगे। 10 लाख सिख थे और आज 15-16 हजार सिख बचे हैं और पेशावर में कोई 4,000 सिख बचे हैं। आप कल्पना करके देख लियो कितना मेंटल टॉर्चर उनके ऊपर है, कितना शारीरिक उनको ताशना दी जा रही है ताकि वो मुल्क छोड़कर जाएं। मेरे आग्रह है सारी इंटरनेशनल कम्युनिटी से भी, कृपया हमारे इन सिखों का वहां पर साथ दें, इनको बचाने में हमारा सहयोग करें। पाकिस्तान के पेशावर में जो आज 2 नौजवान सिखों का कत्लेआम हुआ, ये एक टारगेट किलिंग है। सुरजीत सिंह, कुलजीत सिंह को आइडेंटिफाई करके टारगेट करके मारा गया, क्योंकि ये कोशिश बार बार की जा रही है। 8 महीने पहले भी इसी तरह सतनाम सिंह को मारा गया। ਤੇ ਦਰਸ਼ਕੋ ਹੁਣੇ ਅਸੀਂ ਸੁਣਿਆ ਮਨਜਿੰਦਰ ਸਿੰਘ ਸਿਰਸਾ ਕਿਸ ਤਰ੍ਹਾਂ ਜੋ ਸਿੱਖਾਂ ਦੇ ਸ਼ਨੀਵਾਰ ਨੂੰ ਜੋ 2 ਕਤਲੇਆਮ ਹੋਏ ਨੇ पेशावर ਦੇ ਵਿੱਚ ਉਸ ਬਾਰੇ ਆਪਣਾ ਜੋ ਵਿਚਾਰ ਸੀ ਸਾਂਝੇ ਕਰ ਰਹੇ ਸੀ ਕਿ ਘੱਟ ਗਿਣਤੀਆਂ ਨੂੰ ਕਿੱਦਾਂ ਕਤਲੇਆਮ ਕੀਤਾ ਜਾ ਰਿਹਾ ਹੈ ਤੇ ਕਿੱਦਾਂ पेशावर ਵਿੱਚ ਹੁਣ ਜੋ ਬਚੇ ਸਿੱਖ ਨੇ 15,000 ਸਿੱਖ ਬਚੇ ਨੇ ਤੇ ਉਹਨਾਂ ਦਾ ਵੀ ਕਤਲੇਆਮ ਕੀਤਾ ਜਾ ਰਿਹਾ ਹੈ। ਉਸ ਬਾਰੇ ਮਨਜਿੰਦਰ ਸਿੰਘ ਸਿਰਸਾ ਬੋਲ ਰਹੇ ਸੀ ਤੇ ਹੁਣ ਅਗਲੀ ਜੋ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਕਿ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦਾ ਐਲਾਨ ਕੀਤਾ ਗਿਆ ਤੇ ਉਸ ਸੰਦਰਭ ਵਿੱਚ ਰਾਹੁਲ ਗਾਂਧੀ ਕੀ ਕਹਿ ਰਹੇ ਨੇ, ਆਓ ਵੇਖਦੇ ਹਾਂ। A conversation where the senior most leadership is bluntly told, without holding back, without any hesitation, is bluntly told what the Congress party feels. I was thinking to myself, certainly
the RSS and the BJP would never allow such a thing. In fact, many of our leaders, Arya ji is here. Many of our leaders who have come back have said to me exactly what the BJP allows them to say and doesn't allow them to say. Arya ji himself told me that as a Dalit in the BJP, he had no place. As a Dalit in the BJP, he was humiliated every single day. These are his words. And there are other parties, regional parties, and with all respect, even the regional parties would not tolerate the type of conversation that we have just had. And this conversation, this is not something new in the Congress. This didn't happen just yesterday or day before. We are attacked for it. Every day in the media we are attacked because we allow conversation inside our party. Every day we are attacked. But there is a reason. There is a reason we allow conversation. This party's DNA is a conversation between the people of this country. Doesn't matter where they come from, doesn't matter whether they're rich, poor, what community they're from, Hindu, Muslim, Sikh, Christian, anybody. This party has always provided a platform for a conversation, a platform where people can speak without fear, without worry. And that is what this party continues to do. Unfortunately, this is not how the politics of the country is progressing. The politics of the country now does not entail a conversation. It does not entail the expression of views. It does not entail the expression of feelings. Some days back, in Parliament, I made a speech where I said, India, Bharat, is a union of states. That is the line that is written in our constitution. India is not described as a nation. It is described as a union of states. Meaning, the states of India, the people of India, have come together to form the union. They have come together to form the union. And it is critical for the union of this country that the states and the people are allowed to have a conversation. Because the only alternative, and I say this with full responsibility, the only alternative to a conversation between the people of India is violence between the people of India. You can either choose to have a conversation between the people of India, or then you can choose to have violence between the people of India. And this conversation that takes place between the people of India, between the states of India, the instruments of this conversation, the mechanism of this conversation are the institutions that the Congress party, that your great leaders, Mahatma Gandhi, Jawaharlal Nehru, Patel, Azad ji, Ambedkar ji, have helped us create. These institutions do not belong to any one individual. They do not belong to a political party. They belong to the union of India. They belong to every single person
in this union. And today what we are seeing is the systematic destruction of the institutions that help India, help the states of India speak to each other. We see it, those of us who are in Parliament, we see it in Parliament House. Our mics are shut off, members are thrown out of the House, conversations are not allowed. We see it when the judiciary is pressurized. We see it when the arms of the election commission are twisted. We see it when the media is muzzled. And we say, okay, we lightly say that the conversation is being muzzled. But what we do not understand is the consequence of this muzzling. India does not understand it yet. Most people in this country do not understand it. Because the day this country's institutions stop working, the day this country stops speaking to itself, the day this country does not communicate with itself effectively, is the day that we will all be in very serious trouble. And you can already see the tension. It is there for everybody to see. You speak to the press people, they will tell you that we are muzzled. You speak to the political class, speak to the leaders, every single politician knows the word Pegasus. There is not a single politician in this country who does not know what Pegasus is. Not a software. Pegasus is the method of silencing the political class of this country. It is not simply a software. It is the way to strangle. It is the way to strangle the political discussion in this country. And so this is what we are seeing. Now the question is, how does the Congress party respond to this? It's a question on all your minds. We see economic collapse. Some days back, the Prime Minister said, we are going to be exporting wheat. And then suddenly, a few days later, we are not going to be exporting wheat. We put a ban on the export of wheat. My friends from Punjab and the rest of the country know the impact of the farm laws. You know what the farm laws were designed to do, and you know the devastation and the pain that the farm laws caused to the people of Punjab. And had they not been stopped, what would have happened to Punjab? And you know, you spoke to me yesterday, you know what is happening in Punjab today and the feelings that are rampant in Punjab today. जो हमारे युवा हैं, आज हिंदुस्तान के युवा को रोजगार नहीं मिल सकता है. नरेंद्र मोदी जी ने 2 करोड़ युवाओं को रोजगार देने की बात की. आज अनएम्प्लॉयमेंट आज से ज्यादा कभी नहीं रहा है. और ये उनके आंकड़े, हमारे आंकड़े नहीं है. क्यों? क्योंकि जो रीढ़ की हड्डी है, जो रोजगार पैदा करती है, उस रीढ़ की हड्डी को नरेंद्र मोदी जी ने, बीजेपी ने और उनकी विचारधारा ने तोड़ दिया है. नोटबंदी, जीएसटी ये लागू करके और पूरा का पूरा फायदा 2-3 बड़े उद्योगपतियों को देकर सरकार ने हिंदुस्तान के युवाओं के भविष्य को नष्ट कर दिया है. और आने वाले समय में आपको देखने को मिलेगा
देश का युवा रोजगार नहीं पा पाएगा। ਤੇ ਦਰਸ਼ਕੋ ਹੁਣ ਅਸੀਂ ਇੱਕ ਹੋਰ ਵੀਡੀਓ ਤੁਹਾਡੇ ਨਾਲ ਸਾਂਝੇ ਕਰਨਾ ਚਾਹ ਰਹੇ ਹਾਂ ਜੋ ਸਾਡੇ ਸੀਐਮ ਨੇ ਭਗਵੰਤ ਮਾਨ ਉਹਨਾਂ ਨੇ ਵੀ ਜੇਲ੍ਹਾਂ ਵਿੱਚ ਜੋ ਵੀਆਈਪੀ ਕਲਚਰ ਚੱਲ ਰਿਹਾ ਉਸ ਨੂੰ ਖਤਮ ਕਰਨ ਤੇ ਜ਼ੋਰ ਦਿੱਤਾ ਹੈ ਤੇ ਆਓ ਵੇਖਦੇ ਹਾਂ ਭਗਵੰਤ ਮਾਨ ਵੀਡੀਓ 'ਚ ਕੀ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬੀਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲਗਭਗ 50 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਉਹ ਕੰਮ ਕਰਤੇ ਜਿਹੜੇ ਬਾਕੀਆਂ ਤੋਂ 50 ਸਾਲਾਂ 'ਚ ਨਹੀਂ ਹੋਏ। ਭਾਵੇਂ ਉਹ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ, 300 ਯੂਨਿਟ ਬਿਜਲੀ ਫ੍ਰੀ ਦੇਣ ਦਾ ਜਿਹੜਾ ਫੈਸਲਾ ਹੋਵੇ, ਜਾਂ ਫਿਰ ਪੰਚਾਇਤੀ ਜਾਂ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛਡਾਉਣ ਦਾ ਫੈਸਲਾ ਹੋਵੇ। ਅਸੀਂ ਲਗਾਤਾਰ ਲੋਕਾਂ ਦੇ ਹੱਕ 'ਚ ਫੈਸਲੇ ਲੈ ਰਹੇ ਹਾਂ ਔਰ ਜਿੱਥੋਂ ਤੱਕ ਲਾਅ ਐਂਡ ਆਰਡਰ ਦਾ, ਕਾਨੂੰਨ ਤੇ ਵਿਵਸਥਾ ਦਾ ਤੇ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਹੈ ਤਾਂ ਅਸੀਂ ਚੋਣਾਂ ਵੇਲੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਅਪਰਾਧੀਆਂ ਦਾ, ਗੈਂਗਸਟਰਾਂ ਦਾ ਜਿਹੜਾ ਨੈਟਵਰਕ ਹੈ ਉਹ ਜੇਲ੍ਹਾਂ 'ਚੋਂ ਚੱਲਦਾ ਹੈ, ਉਹਨੂੰ ਅਸੀਂ ਬੰਦ ਕਰਾਂਗੇ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ 50 ਦਿਨਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇਲ੍ਹਾਂ ਦੇ ਵਿੱਚ ਸਰਚ ਡਰਾਈਵ ਚਲਾ ਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਹਦੇ ਵਿੱਚ 710 ਮੋਬਾਈਲ ਫੋਨ ਜੇਲ੍ਹਾਂ 'ਚੋਂ ਫੜੇ ਗਏ ਨੇ, ਜਿਨ੍ਹਾਂ ਨੂੰ ਕਿ ਗੈਂਗਸਟਰ ਤੇ ਅਪਰਾਧੀ ਆਪਣੇ ਗੋਰਖ ਧੰਦੇ ਚਲਾਉਣ ਲਈ ਵਰਤਦੇ ਸੀ। ਹੁਣ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਾਂ ਦੀਆਂ ਘੰਟੀਆਂ ਨਹੀਂ ਵੱਜਣਗੀਆਂ। ਇਸ ਤੋਂ ਇਲਾਵਾ ਜੇਲ੍ਹਾਂ ਨੂੰ ਸੱਚੀ ਮੁੱਚੀ ਸੁਧਾਰ ਘਰ ਬਣਾਇਆ ਜਾਊਗਾ, ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਕੋਰਟ ਜਿਹੜੀ ਹੈ ਸਜ਼ਾ ਦਿੰਦੀ ਹੈ ਕਿਸੇ ਬੰਦੇ ਨੂੰ, ਉਹ ਜੇਲ੍ਹ ਜਾ ਕੇ ਵੀਆਈਪੀ ਕਿਵੇਂ ਬਣ ਜਾਂਦਾ ਹੈ। ਜੇਲ੍ਹ 'ਚ ਜਿਹੜਾ ਬੰਦਾ ਗਿਆ ਕਿਸੇ ਕਾਨੂੰਨ ਨੂੰ ਤੋੜਨ ਦੇ, ਕਿਸੇ ਜੁਰਮ ਦੇ ਫੈਸਲੇ ਅਧੀਨ, ਤਾਂ ਫਿਰ ਉਹ ਵੀਆਈਪੀ ਕਾਹਦਾ ਰਹਿ ਗਿਆ। ਤਾਂ ਅਸੀਂ ਜੇਲ੍ਹਾਂ ਦੇ ਵਿੱਚੋਂ ਜਿਹੜਾ ਵੀਆਈਪੀ ਕਲਚਰ ਹੈ ਉਹ ਖਤਮ ਕਰਨ ਲੱਗੇ ਹਾਂ। ਜਿੰਨੇ ਵੀ ਵੀਆਈਪੀ ਬੜੇ ਸ਼ਾਨਦਾਰ ਕਮਰੇ ਬਣਾਏ ਹੋਏ ਸੀ, ਲੋਕਾਂ ਨੂੰ ਤਾਂ ਲੱਗਦਾ ਸੀ ਉਹ ਜੇਲ੍ਹ 'ਚ ਹੈ, ਪਰ ਉਹ ਉੱਥੇ ਬੈਠ ਕੇ ਆਰਾਮ ਕਰਦੇ ਸੀ, ਉੱਥੇ ਬੈਠ ਕੇ ਬੈਡਮਿੰਟਨ ਖੇਡਦੇ ਸੀ, ਟੈਨਿਸ ਖੇਡਦੇ ਸੀ, ਆਰਾਮ ਨਾਲ ਟੀਵੀਆਂ ਦੇਖਦੇ ਸੀ। ਉਹ ਕਲਚਰ ਅਸੀਂ ਬੰਦ ਕਰਨ ਲੱਗੇ ਹਾਂ। ਜਿੰਨੇ ਵੀ ਵੀਆਈਪੀ ਰੂਮ ਨੇ ਜਾਂ ਵੀਆਈਪੀ ਪੋਰਸ਼ਨ ਹੈ ਜੇਲ੍ਹਾਂ ਦੇ ਵਿੱਚ, ਉਹਨੂੰ ਅਸੀਂ ਪ੍ਰਬੰਧਕੀ ਬਲਾਕ ਦੇ ਵਿੱਚ ਬਦਲਣ ਲੱਗੇ ਹਾਂ ਤਾਂ ਕਿ ਜੇਲ੍ਹ ਦਾ ਸਟਾਫ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕੇ। ਅਸੀਂ ਸਿਰਫ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਨਹੀਂ ਫੜੇ, ਬਲਕਿ ਉਹ ਮੋਬਾਈਲ ਫੋਨ ਕਿਹਦੇ ਨਾਂ 'ਤੇ ਸੀ ਜਾਂ ਮੋਬਾਈਲ ਫੋਨ ਉਹ ਕਿਹਨੇ ਪਹੁੰਚਾਇਆ ਜੇਲ੍ਹ ਦੇ ਅੰਦਰ, ਉਹਨਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕਰ ਰਹੇ ਹਾਂ। FIRs ਹੋ ਰਹੀਆਂ ਨੇ ਤੇ ਉਹਦੀ ਜਾਂਚ ਵਾਸਤੇ SIT ਵੀ ਗਠਿਤ ਕਰਤੀ ਹੈ। ਤੇ ਇਹਨਾਂ ਫੈਸਲਿਆਂ ਨੂੰ ਲਾਗੂ ਕਰਨ ਦੇ ਵਿੱਚ ਜੇ ਕੋਈ ਅਫਸਰ ਕੋਤਾਹੀ ਵਰਤੂਗਾ ਤਾਂ ਉਹਦੇ ਖਿਲਾਫ ਵੀ ਕਾਰਵਾਈ ਹੋਊਗੀ। ਅਸੀਂ ਕੁਝ ਅਫਸਰ ਸਸਪੈਂਡ ਵੀ ਕੀਤੇ ਆ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਗੈਂਗਸਟਰ ਜਾਂ ਅਪਰਾਧੀਆਂ ਵਾਸਤੇ ਜਾਂ ਸ਼ਰਾਰਤੀ ਅਨਸਰਾਂ ਵਾਸਤੇ ਜਾਂ ਸਮਾਜ ਵਿਰੋਧੀ ਤੱਤਾਂ ਵਾਸਤੇ ਆਰਾਮ ਘਰ ਨਾ ਬਣਨ, ਸੁਧਾਰ ਘਰ ਹੀ ਬਣਨ, ਉਹ ਸੁਧਰ ਕੇ ਹੀ ਜੇਲ੍ਹਾਂ 'ਚੋਂ ਬਾਹਰ ਆਉਣ। ਇਸ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਦਾ ਕਿ ਸਾਡਾ ਸਾਥ ਦਿਓ, ਸਹਿਯੋਗ ਤੁਸੀਂ ਦੇ ਰਹੇ ਹੋ। ਜੇ ਸਰਕਾਰ ਬਦਲੀ ਹੈ ਤਾਂ ਕਾਨੂੰਨ ਤੇ ਵਿਵਸਥਾ ਦਾ ਜਿਹੜਾ ਸਿਲਸਿਲਾ ਹੈ ਜਿਹਨੂੰ ਲਾਗੂ ਕਰਨਾ ਹੈ, ਇਮਾਨਦਾਰੀ ਨਾਲ ਅਸੀਂ ਉਹ ਲਾਗੂ ਕਰਾਂਗੇ। ਤੇ ਜੇਲ੍ਹਾਂ ਜਿਹੜੀਆਂ ਨੇ ਉਹਨਾਂ ਨੂੰ ਸੱਚੀ ਮੁੱਚੀ ਅਸੀਂ ਸੁਧਾਰ ਘਰ ਬਣਾਉਣਾ ਚਾਹੁੰਦੇ ਹਾਂ। ਉੱਥੇ ਕੋਈ ਵੀਆਈਪੀ ਨਹੀਂ ਹੈਗਾ, ਉੱਥੇ ਕੋਈ ਮੋਬਾਈਲ ਫੋਨ ਜਾਂ ਗੋਰਖ ਧੰਦਾ ਨਹੀਂ ਚੱਲੂਗਾ ਅੰਦਰੋਂ। ਜੇ ਅੰਦਰ ਕੁਛ ਜੇਲ੍ਹ ਦੇ ਆਰਾਮਦਾਇਕ ਚੀਜ਼ ਫੜੀ ਜਾਂਦੀ ਹੈ ਤਾਂ ਜਿਹੜੇ ਅਫਸਰ ਨੇ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਗਿਆ, ਉਹਨਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ, ਤਾਂ ਉਹਨਾਂ 'ਤੇ ਵੀ ਸਖਤ ਕਾਰਵਾਈ ਹੋਊਗੀ। ਇਨਕਲਾਬ ਜ਼ਿੰਦਾਬਾਦ। ਤੇ ਦਰਸ਼ਕੋ ਹੁਣ ਵੇਲਾ ਜੋ ਹੈ ਇੱਕ ਛੋਟੇ ਜਿਹੇ ਅੰਤਰਾਲ ਦਾ ਹੋ ਰਿਹਾ। ਅੰਤਰਾਲ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡੇ ਨਾਲ ਜੁੜਾਂਗੇ, ਅਖਬਾਰ ਦੀਆਂ ਸੁਰਖੀਆਂ ਕੀ ਕਹਿ ਰਹੀਆਂ ਨੇ ਉਹ ਵੇਖਾਂਗੇ, ਲੇਕਿਨ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੀ ਵਾਰੀ ਹੈ।